ਅਸੀਂ ਅੱਜ ਕਰਨਾ ਹੈ 14 ਚੈप्टर ऑर्गन्स ऑफ द राजपूत। ठीक है, 14 चैप्टर है बीए फर्स्ट ईयर। देखो, ऑर्गन्स ऑफ द राजपूत ਦਾ ਮਤਲਬ ਇਹ ਹੈਗਾ ਵਾ ਕਿ ਰਾਜਪੂਤਾਂ ਦਾ ਜਨਮ ਕਿੱਦਾਂ ਹੋਇਆ। ਬਹੁਤ ਸਾਰੇ ਰਾਈਟਰ ਨਾ ਇਹਦੇ ਵਿੱਚ ਆਪਣੇ ਆਪਣੇ ਪੁਆਇੰਟ ਆਫ ਵਿਊ ਦਿੰਦੇ ਨੇ, ਕਿਉਂਕਿ ਐਕਚੁਅਲ ਦੇ ਵਿੱਚ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਰਾਜਪੂਤ ਕਾਸਟ ਆਈ ਕਿੱਥੋਂ ਆ। ਠੀਕ ਹੈ, ਵੈਸੇ ਤਾਂ ਰਾਜਪੂਤ ਵੀ ਨੋਰਮਲ ਜਿਹੇ ਨੇ ਕਿ ਨੋਰਮਲ ਜਿਹੇ ਇਨਸਾਨ ਨੇ ਜਿੱਦਾਂ ਬਾਕੀ ਨੇ, ਲੇਕਿਨ ਆਪਾਂ ਨਾ ਇਹ ਦੇਖਣਾ ਹੈਗਾ ਕਿ ਇਹ ਕਾਸਟ ਆਈ ਕਿੱਥੋਂ। ਠੀਕ ਹੈ, ਲੜਾਕੂ ਜਾਤੀਆਂ ਦੇ ਵਿੱਚੋਂ, ਮਤਲਬ ਜਿਹੜੇ ਲੋਕ ਅਕਸਰ ਫਾਈਟ ਕਰਦੇ ਰਹਿੰਦੇ ਆ, ਇਹ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਦੀ ਕਾਸਟ ਵਿੱਚੋਂ ਆਈ ਹੈ, ਜਾਂ ਫਿਰ ਇਹ ਲੋਕ ਭਾਰਤ ਦੇ ਹੈ ਹੀ ਨਹੀਂ ਸੀ, ਇਹ ਦੂਸਰੇ ਏਰੀਆ ਦੇ ਵਿੱਚੋਂ ਆਏ ਆ। ਸੋ ਅਸੀਂ ਇਹਨਾਂ ਦੇ ਬਾਰੇ ਵਿੱਚ ਵਿਚਾਰ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਕਵਾਂਗੇ ਮੀਨਿੰਗ ਆਫ ਦਾ ਵਰਡ ਰਾਜਪੂਤ, ਕਿ ਰਾਜਪੂਤ ਵਰਡ ਦਾ ਮੀਨਿੰਗ ਹੀ ਕੀ ਹੈ। ਵੈਸੇ ਤਾਂ ਕੁਝ ਰਾਈਟਰ ਇਹ ਕਹਿੰਦੇ ਨੇ ਕਿ ਰਾਜਪੁੱਤਰ ਦਾ ਵਿਗੜਿਆ ਹੋਇਆ ਵਰਡ, ਮਤਲਬ ਜਿਸਨੂੰ ਅਸੀਂ ਤਹਿਸ ਨਹਿਸ ਵਾਲਾ ਵਰਡ ਬੋਲ ਦਾਂਗੇ ਨਾ, ਕਿ ਰਾਜਪੁੱਤਰ ਦਾ ਇੱਕ ਵਿਗੜਿਆ ਹੋਇਆ ਵਰਡ ਰਾਜਪੂਤ ਬਣ ਗਿਆ ਸੀ। ਕੁਛ ਇਹ ਵੀ ਕਹਿੰਦੇ ਨੇ ਕਿ ਰਾਜੇ ਦੇ ਪੁੱਤਰ ਨੂੰ ਰਾਜਪੂਤ ਕਿਹਾ ਜਾਂਦਾ ਸੀ। ਕੁਛ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਲੋਕ ਖੱਤਰੀ ਹੁੰਦੇ ਨੇ, ਰਾਜਵਾੜੇ ਹੁੰਦੇ ਨੇ ਜਾਂ ਜਗੀਰਦਾਰ ਹੁੰਦੇ ਨੇ, ਉਹਨਾਂ ਦੇ ਪੁੱਤਰਾਂ ਨੂੰ ਵੀ ਰਾਜਪੂਤ ਕਿਹਾ ਜਾਂਦਾ ਸੀ। ਕੁਛ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਲੋਕ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਅਮੀਰ ਹੁੰਦੇ ਸੀ, ਰਿਚ ਪਰਸਨ ਸੀ, ਫੋਰ ਐਗਜ਼ਾਮਪਲ ਦੇ ਤੌਰ ਤੇ ਕਹਿੰਦੇ ਕਿ ਰਾਜਪੂਤ ਸ਼ਬਦ ਜੋ ਹੈਗਾ ਵਾ ਮਹਾਭਾਰਤ ਦੇ ਵਿੱਚ ਜਿਹੜੇ ਲੋਕ ਬਹੁਤ ਅਮੀਰ ਸੀ ਉਹਨਾਂ ਦੇ ਲਈ ਲਿਆ ਜਾਂਦਾ ਸੀ। ਦ੍ਰੋਪਦੀ ਤੇ ਕੌਸ਼ਲਿਆ ਇਹ ਦੋਵੇਂ ਕੌਣ ਨੇ? ਏਸ਼ੀਅਨ ਟਾਈਮ ਪੀਰੀਅਡ ਦੀਆਂ। ਕਹਿੰਦੇ ਗ੍ਰੰਥ ਦੇ ਵਿੱਚ ਇਹਨਾਂ ਨੂੰ ਰਾਜਪੁੱਤਰੀ ਜਾਂ ਖਤਰਾਣੀ ਕਿਹਾ ਜਾਂਦਾ ਵਾ। ਸੋ ਕਹਿੰਦੇ ਇਹਨਾਂ ਚੀਜ਼ਾਂ ਤੋਂ ਤਾਂ ਇਹੀ ਪਤਾ ਲੱਗਦਾ ਵਾ ਕਿ ਇਹ ਲੋਕ ਜਿਹੜੇ ਹੈਗੇ ਨੇ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਰਾਜ ਮਹਿਲ, ਰਾਜ ਪਰਿਵਾਰ ਦੇ ਨਾਲ ਬਿਲੋਂਗ ਕਰਦੇ ਸੀ, ਸ਼ਾਇਦ ਇਸ ਲਈ ਰਾਜਪੂਤ ਵਰਡ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆਇਆ। ਕਹਿੰਦੇ ਰਾਜਪੂਤ ਜਿਹੜੇ ਸੀ ਆਪਣੇ ਆਪ ਨੂੰ ਰਾਮ, ਕ੍ਰਿਸ਼ਨ, ਪਾਂਡਵਾਂ ਦੀ ਔਲਾਦ ਮੰਨਦੇ ਸੀ, ਇਸ ਲਈ ਉਹ ਆਪਣੇ ਆਪ ਨੂੰ ਸੂਰਜਵੰਸ਼ੀ, ਚੰਦਰਵੰਸ਼ੀ, ਖੱਤਰੀ ਕਹਾਉਣ ਵਿੱਚ ਜ਼ਿਆਦਾ ਮਾਣ ਮਹਿਸੂਸ ਕਰਦੇ ਸੀ। ਪ੍ਰਾਊਡ ਫੀਲਿੰਗ ਉਹਨਾਂ ਨੂੰ ਆਉਂਦੀ ਸੀ ਜਦੋਂ ਕੋਈ ਪਰਸਨ ਉਹਨਾਂ ਨੂੰ ਏਦਾਂ ਬੋਲ ਦਿੰਦਾ ਸੀ ਕਿ ਉਹ ਰਾਮ ਨੇ, ਕ੍ਰਿਸ਼ਨ ਨੇ, ਸੂਰਜਵੰਸ਼ੀ ਨੇ, ਚੰਦਰਵੰਸ਼ੀ, ਖੱਤਰੀ ਨੇ। ਇਹਦਾ ਮਤਲਬ ਹੈ ਕਿ ਬਹੁਤ ਸਾਰੇ ਰਾਈਟਰਾਂ ਦੇ ਅਕੋਰਡਿੰਗ ਡਿਫਰੈਂਟ ਨਾਮ ਹੁਣ ਦੇ ਦਿੱਤੇ ਗਏ ਨੇ ਕਿ ਜਿਹੜਾ ਰਾਜਪੂਤ ਵਰਡ ਹੈ ਉਹ ਕਿੱਥੋਂ ਆਇਆ। ਕਹਿੰਦੇ ਥਿਊਰੀ ਆਫ ਦਾ ਆਰਗਨ ਆਫ ਦਾ ਰਾਜਪੂਤ, ਕਹਿੰਦੇ ਰਾਜਪੂਤ ਦੀ ਉਤਪਤੀ ਦੇ ਸਿਧਾਂਤ, ਮਤਲਬ ਰਾਜਪੂਤ ਦੀ ਬਾਰੇ ਵਿੱਚ ਥਿਊਰੀਜ਼ ਕਿਹੜੀਆਂ ਨੇ। ਸਭ ਤੋਂ ਪਹਿਲਾਂ ਤਾਂ ਹੈਗਾ ਵਾ, ਕਹਿੰਦੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਇੰਨੀ ਖੋਜ ਕਰ ਲਈ ਆ ਨਾ ਰਾਜਪੂਤਾਂ ਦੇ ਬਾਰੇ ਵਿੱਚ, ਮਤਲਬ ਕੋਈ ਕੁਝ ਕਹਿ ਰਿਹਾ ਤੇ ਕੋਈ ਕੁਝ ਕਹਿ ਰਿਹਾ, ਜਿਹਦੇ ਕਰਕੇ ਬੜੀ ਕਨਫਿਊਜ਼ਨ ਪੈਦਾ ਹੋ ਗਈ ਆ ਕਿ ਐਕਚੁਅਲ ਦੇ ਵਿੱਚ ਵਾਕਈ ਰਾਜਪੂਤ ਕਹਿੰਦੇ ਕਿਹਨੂੰ ਨੇ। ਕੁਝ ਲੋਕ ਕਹਿੰਦੇ ਨੇ ਖੱਤਰੀਆਂ ਦੇ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ। ਕੁਝ ਲੋਕ ਕਹਿੰਦੇ ਨੇ ਸ਼ਕ, ਹੂਣ, ਕੁਸ਼ਾਣ, ਇਹਨਾਂ ਲੋਕਾਂ ਨੂੰ। ਇਹ ਨਾ ਵਰਡ ਨੇ, ਜਦੋਂ ਤੁਸੀਂ ਆਪਣੇ ਆਪ ਪੜੋਗੇ ਨਾ ਤੁਹਾਨੂੰ ਬੜੇ ਔਖੇ ਲੱਗਣਗੇ। ਇਹ 3 ਵਰਡ ਨੇ, ਇਹਨਾਂ ਨੂੰ ਆਪਾਂ ਨਾ 3 ਸਿਸਟਰ ਬੋਲ ਲੋ ਜਾਂ 3 ਬ੍ਰਦਰਸ ਬੋਲ ਲੋ। ਸ਼ਕ, ਹੂਣ, ਕੁਸ਼ਾਣ। ਸ਼ਕ, ਹੂਣ ਤੇ ਕੁਸ਼ਾਣ, ਇਹ ਤਿੰਨੇ ਵਰਡ ਇਕੱਠੇ ਹੀ ਆਉਂਦੇ ਹੁੰਦੇ ਨੇ ਤੇ ਤਿੰਨੇ ਜਾਤਾਂ ਨੇ। ਕਹਿੰਦੇ ਕੁਝ ਲੋਕ ਕਹਿੰਦੇ ਨੇ ਕਿ ਸ਼ਾਇਦ ਇਹਨਾਂ ਜਾਤਾਂ ਦੇ ਵਿੱਚੋਂ ਰਾਜਪੂਤ ਆਏ ਨੇ। ਸੋ ਕਹਿੰਦੇ ਕਿ ਹਰੇਕ ਰਾਈਟਰ ਦੇ ਆਪਣੇ ਵਿਚਾਰ ਨੇ, ਜਿਹਦੇ ਕਰਕੇ ਅਸੀਂ ਬੜੇ ਕਨਫਿਊਜ਼ ਹੋ ਗਏ ਹਾਂ ਕਿ ਵਾਕਈ ਰਾਜਪੂਤ ਜਿਹੜਾ ਵਰਡ ਹੈ ਉਹ ਆਇਆ ਕਿੱਥੋਂ ਹੈ। ਸਕਸੈਸਰ ਆਫ ਦਾ ਸੂਰਜਬਸ਼ੀ ਵਰਸਸ ਚੰਦਰਬਸ਼ੀ ਖੱਤਰੀ। ਠੀਕ ਹੈ, ਮਤਲਬ ਕਿ ਸੂਰਜਬਸ਼ੀ ਜਾਂ ਚੰਦਰਬਸ਼ੀ ਖੱਤਰੀਆਂ ਦੀ ਸੰਤਾਨ। ਮਤਲਬ ਕਿਹਾ ਜਾਂਦਾ ਹੈਗਾ ਵਾ ਕਿ ਰਾਜਪੂਤਾਂ ਦਾ ਜੇ ਅਸੀਂ ਇਤਿਹਾਸ, ਮਤਲਬ ਉਹਨਾਂ ਦੀ ਹਿਸਟਰੀ ਦੇਖਦੇ ਹਾਂ,
ਜਾਂ ਫਿਰ ਉੱਥੋਂ ਦੇ ਜਿਹੜੇ ਰਾਈਟਰ ਸੀ ਉਹ ਪੰਡਤ ਗੌਰੀ ਸ਼ੰਕਰ, ਹੀਰਾ ਚੰਦ ਉਜਲਾ, ਚੰਤਾਮਨੀ ਵਿਨਾਇਕ। ਕਹਿੰਦੇ ਬਹੁਤ ਸਾਰੇ ਏਦਾਂ ਦੇ ਪਰਸਨ ਨੇ ਜਿਹੜੇ ਕਹਿੰਦੇ ਨੇ ਕਿ ਖੱਤਰੀ ਖਾਨਦਾਨ ਦੇ ਲੋਕ ਸੀਗੇ ਜਿਨ੍ਹਾਂ ਦਾ ਨਾਂ ਸੀ ਸੂਰਜਬਖਸ਼ੀ ਤੇ ਚੰਦਰਬਖਸ਼ੀ। ਠੀਕ ਹੈ, ਖੱਤਰੀ ਫੈਮਲੀਆਂ ਦਾ ਨਾਮ ਕੀ ਸੀ? ਸੂਰਜਬਖਸ਼ੀ ਤੇ ਚੰਦਰਬਖਸ਼ੀ। ਕਹਿੰਦੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸ਼ਾਇਦ ਰਾਜਪੂਤ ਇਹਨਾਂ ਚੋਂ ਹੀ ਆਏ ਸੀ, ਸੂਰਜਬਖਸ਼ੀ ਤੇ ਚੰਦਰਬਖਸ਼ੀ ਚੋਂ। ਦੇਖੋ ਜਿਹੜੇ ਮੈਂ ਪਹਿਲਾਂ ਨਾਮ ਬੋਲੇ ਸੀ ਨਾ ਉਹ ਰਾਈਟਰ ਸੀ, ਤੇ ਉਹ ਰਾਈਟਰ ਕਹਿੰਦੇ ਆ ਕਿ ਸ਼ਾਇਦ ਵੈਦਿਕ ਟਾਈਮ ਪੀਰੀਅਡ ਦੇ ਵਿੱਚ ਖੱਤਰੀ ਖਾਨਦਾਨ ਦੇ ਨਾਲ ਇਹ ਲੋਕ ਬਿਲੋਂਗ ਕਰਦੇ ਸੀ। ਸੋ ਕਹਿੰਦੇ ਰਾਜਪੂਤਾਂ ਦੀ ਸ਼ਕਲ ਦੇ ਵਿੱਚ, ਰਾਜਪੂਤਾਂ ਦੀ ਜਿਹੜੀ ਸ਼ਕਲ ਆ ਨਾ ਉਹ ਆਰੀਆ ਲੋਕਾਂ ਦੇ ਨਾਲ ਮਿਲਦੀ ਹੈ, ਸ਼ਾਇਦ ਇਹ ਆਰੀਆ ਲੋਕਾਂ ਤੋਂ ਆਏ ਨੇ। ਕੁਝ ਲੋਕ ਕਹਿੰਦੇ ਨੇ ਨਹੀਂ, ਸਾਨੂੰ ਲੱਗਦਾ ਹੈ ਹੂਣਾ ਲੋਕਾਂ ਦੇ ਕੋਲ ਆਏ ਨੇ। ਕੁਝ ਲੋਕ ਕਹਿੰਦੇ ਨਹੀਂ, ਸਾਨੂੰ ਲੱਗਦਾ ਹੈਗਾ ਵਾ ਕਿ ਇਹ ਜਦੋਂ ਮਿਡਲ ਟਾਈਮ ਪੀਰੀਅਡ ਚੱਲਦਾ ਪਿਆ ਸੀ ਉਦੋਂ ਵੀ ਗ੍ਰੰਥਾਂ ਦੇ ਵਿੱਚ ਰਾਜਪੂਤ ਵਰਡ ਯੂਜ਼ ਕੀਤਾ ਸੀ, ਸਾਨੂੰ ਲੱਗਦਾ ਹੈ ਕਿ ਰਾਜਪੂਤ ਉਦੋਂ ਆਏ ਆ। ਕਹਿੰਦੇ ਰਾਜਪੂਤਾਂ ਦਾ ਸੋਸ਼ਲ, ਇਕਨੋਮਿਕ ਤੇ ਜਿਹੜੀ ਹੈਗੀ ਆ ਰਿਲੀਜੀਅਸ ਲਾਈਫ ਨੂੰ ਦੇਖਦੇ ਦੇਖਦੇ ਅਸੀਂ ਕਵਾਂਗੇ ਕਿ ਨਹੀਂ, ਇਹ ਆਰੀਆ ਲੋਕ ਹੀ ਨੇ। ਕੁਝ ਲੋਕ ਕਹਿੰਦੇ ਕਿ ਨਹੀਂ, ਸਾਨੂੰ ਲੱਗਦਾ ਹੈ ਕਿ ਇਹ ਫੋਰਨਰ ਨੇ, ਵਿਦੇਸ਼ੀ ਜਾਤੀ ਆ। ਕਹਿੰਦੇ ਤਾਂ ਹੀ ਕਹਿੰਦੇ ਕਿ ਉਹ ਭਾਰਤ ਦੇ ਸੱਭਿਆਚਾਰ ਯਾਨੀ ਕਿ ਭਾਰਤ ਦਾ ਜੋ ਕਲਚਰ ਹੈਗਾ ਵਾ, ਤੇ ਜਿਹੜੀ ਜਦੋਂ ਭਾਰਤ ਦੇ ਕਲਚਰ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਇਹ ਲੋਕ ਜਿਹੜੇ ਹੈਗੇ ਨੇ ਭਾਰਤੀਆਂ ਦੀ ਕੋਈ ਹੈਲਪ ਨਹੀਂ ਕਰਦੇ। ਕਹਿੰਦੇ ਇੱਥੋਂ ਤਾਂ ਪਤਾ ਲੱਗਦਾ ਹੈ ਕਿ ਇਹ ਭਾਰਤੀ ਹੈ ਹੀ ਨਹੀਂ, ਇਹ ਆਏ ਬਾਹਰ ਤੋਂ ਆ। ਉਸ ਤੋਂ ਬਾਅਦ ਹੈਗਾ ਕਹਿੰਦੇ ਜੈਪੁਰ, ਬੀਕਾਨੇਰ, ਮੇਵਾੜ, ਜੈਸਲਮੇਰ ਦੇ ਬਹੁਤ ਸਾਰੇ ਰਾਜੇ ਆਪਣੇ ਆਪ ਨੂੰ ਸੂਰਜਬਖਸ਼ੀ ਤੇ ਚੰਦਰਬਖਸ਼ੀ ਖੱਤਰੀ ਖਵਾਉਂਦੇ ਆ। ਕਹਿੰਦੇ ਹੋ ਸਕਦਾ ਕਿ ਇਹ ਸਾਰੇ ਜੈਪੁਰ, ਬੀਕਾਨੇਰ, ਮੇਵਾੜ ਤੋਂ ਆਏ ਹੋਣ। ਯਾਨੀ ਕਿ ਰਾਈਟਰਾਂ ਨੇ ਆਪਣੇ ਆਪਣੇ ਪੁਆਇੰਟ ਆਫ ਵਿਊ ਦਿੱਤੇ ਆ ਕਿ ਸਾਨੂੰ ਏਦਾਂ ਲੱਗਦਾ ਹੈ ਕਿ ਰਾਜਪੂਤ ਸ਼ਾਇਦ ਇਹਨਾਂ ਤੋਂ ਆਏ ਹੋਣਗੇ। ਉਸ ਤੋਂ ਬਾਅਦ ਹੈ ਅਗਨੀਕੁਲ ਥਿਊਰੀ। ਅਗਨੀਕੁਲ ਥਿਊਰੀ ਦੇ ਰਾਈਟਰ ਕੀ ਕਹਿੰਦੇ ਨੇ? ਕਹਿੰਦੇ ਪ੍ਰਿਥਵੀ ਰਾਜ ਚੌਹਾਨ ਦੇ ਇੱਕ ਦਰਬਾਰ ਦੇ ਵਿੱਚ ਕਵੀ ਸੀ, ਨਾਮ ਸੀ ਚਾਂਦ ਬਰਦਾਈ। ਦੇਖੋ ਚਾਂਦ ਬਰਦਾਈ ਦਾ ਨਾਮ ਨਾ ਯਾਦ ਰੱਖਣਾ, ਜਿੱਦਾਂ ਮੈਂ ਤੁਹਾਨੂੰ ਹੁਣੀ ਸ਼ੱਕ, ਹੂਣ ਤੇ ਕੁਸ਼ਾਣ ਕਿਹਾ ਨਾ, ਏਦਾਂ ਹੀ ਚਾਂਦ ਬਰਦਾਈ ਦਾ ਨਾਮ ਯਾਦ ਰੱਖਣਾ, ਕਿਉਂਕਿ ਤੁਹਾਨੂੰ ਬਹੁਤ ਵਾਰ ਤੁਹਾਡੀ ਬੁੱਕਸ ਦੇ ਵਿੱਚ ਆਏਗਾ ਕਿ ਪ੍ਰਿਥਵੀ ਰਾਜ ਚੌਹਾਨ ਦਾ ਕਵੀ ਸੀਗਾ ਇਹ ਪਰਸਨ, ਚਾਂਦ ਬਰਦਾਈ। ਕਹਿੰਦੇ ਉਹਨੇ ਜਦੋਂ ਪ੍ਰਿਥਵੀ ਰਾਜ ਚੌਹਾਨ ਦੇ ਉੱਤੇ ਬੁੱਕ ਲਿਖੀ ਸੀ ਨਾ, ਪ੍ਰਿਥਵੀ ਰਾਜ ਰਸੋ, ਕਹਿੰਦੇ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਸ਼ਾਇਦ ਰਾਜਪੂਤਾਂ ਦੀ ਉਤਪਤੀ, ਮਤਲਬ ਰਾਜਪੂਤਾਂ ਦਾ ਜਿਹੜਾ ਆਰਗਨ ਹੈ ਨਾ ਉਦੋਂ ਹੋਇਆ ਸੀ। ਠੀਕ ਹੈ, ਸੋ ਕਹਿੰਦੇ ਕਿ ਜਦੋਂ ਰਾਕਸ਼ਿਸ਼ ਜਿਹੜੇ ਹੁੰਦੇ ਸੀਗੇ ਲੋਕਾਂ ਨੂੰ ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰਤਾ, ਜਦੋਂ ਹਵਨ ਹੁੰਦੇ ਸੀਗੇ ਉਹਨਾਂ ਦੇ ਵਿੱਚ ਵਿਘਨ ਪਾਣਾ ਸਟਾਰਟ ਕਰ ਦਿੱਤਾ, ਜਦੋਂ ਕਹਿੰਦੇ ਯੁੱਧ ਚੱਲ ਰਹੇ ਹੁੰਦੇ ਸੀਗੇ, ਹਵਨ ਵਗੈਰਾ ਚੱਲ ਰਹੇ ਹੁੰਦੇ ਸੀਗੇ, ਅੱਗ ਵਗੈਰਾ ਜਲ ਰਹੀ ਹੁੰਦੀ ਸੀ ਨਾ, ਤਾਂ ਅੱਗ ਦੇ ਵਿੱਚੋਂ 4 ਤਰ੍ਹਾਂ ਦੇ ਲੋਕ ਰਹਿੰਦੇ ਸੀ। ਇੱਕ ਨਿਕਲੇ ਸੀ ਪਰਮਾਰ, ਇੱਕ ਚਲਕੂਆ, ਇੱਕ ਪ੍ਰਤੀਹਾਰ ਤੇ ਇੱਕ ਚੌਹਾਨ। ਮਤਲਬ ਇਹ ਕਹਿੰਦੇ ਇੱਕ ਰਾਈਟਰ ਆ ਜਿਹਨੇ ਨਾ ਆਪਣਾ ਮਤਲਬ ਕਹਿ ਲਓ ਕਿ ਪੁਆਇੰਟ ਆਫ ਵਿਊ ਉਦਾਂ ਦੇ ਤਰੀਕੇ ਨਾਲ ਦਿੱਤਾ। ਕਹਿੰਦੇ ਜਦੋਂ ਰਾਕਸ਼ਸ ਸਾਨੂੰ ਬਹੁਤ ਤੰਗ ਕਰਦੇ ਸੀ, ਅਸੀਂ ਹਵਨ ਕਰਦੇ ਸੀ ਤੇ ਉਹ ਹਵਨ ਨੂੰ ਡਿਸਟਰੋਏ ਕਰ ਦਿੰਦੇ ਸੀ। ਠੀਕ ਹੈ, ਤਾਂ ਕਹਿੰਦੇ ਉਦੋਂ ਅਗਨੀ ਦੇ ਵਿੱਚੋਂ 4 ਤਰ੍ਹਾਂ ਦੇ ਲੋਕ ਨਿਕਲੇ ਸੀ। ਪਰਮਾਰ, ਦੇਖੋ ਇਹ ਸਾਰੀਆਂ ਜਾਤੀਆਂ ਨੇ, ਇਹ ਨਾ ਸੋਚ ਲੈਣਾ ਮੈਂ ਕਿਸੇ ਬੰਦੇ ਦਾ ਨਾਮ ਬੋਲਦੀ ਪਈ ਆ, ਨਹੀਂ, ਜਾਤੀਆਂ ਦੇ ਨਾਮ ਬੋਲਦੀ, ਕਾਸਟਾਂ ਦੇ ਨਾਮ ਬੋਲਦੀ ਆ। ਪਰਮਾਰ, ਚਲਕੂਆ, ਠੀਕ ਹੈ, ਪ੍ਰਤੀਹਾਰ ਤੇ ਚੌਹਾਨ। ਕਹਿੰਦੇ ਅਗਨੀ ਦੇ ਵਿੱਚੋਂ ਇਹ ਚਾਰੇ ਨਿਕਲੇ ਸੀ। ਕਹਿੰਦੇ ਚਾਰੇ ਯੋਧੇ ਸੀ ਤੇ ਇਸੇ ਕਰਕੇ ਨਾ ਚਾਰਾਂ ਨੂੰ ਹੀ ਰਾਜਪੂਤ ਕਿਹਾ ਜਾਂਦਾ ਸੀ। ਕੁਝ ਰਾਈਟਰ ਕਹਿੰਦੇ ਨੇ ਕਿ ਇਹ ਫਾਲਤੂ ਦੀ ਦਲੀਲ ਹੈ ਕਿ ਅਗਨੀ ਦੇ ਵਿੱਚੋਂ 4 ਚੀਜ਼ਾਂ ਨਿਕਲ ਗਈਆਂ, ਉਹ ਰਾਜਪੂਤ ਨੇ। ਸੋ ਕੁਝ ਰਾਈਟਰ ਏਦਾਂ ਵੀ ਬੋਲਦੇ ਨੇ। ਕਹਿੰਦੇ ਪਹਿਲੀ ਗੱਲ ਤਾਂ ਹੈ ਪ੍ਰਿਥਵੀ ਰਾਜ ਰਾਸੋ ਨਾਂ ਦੀ ਜਿਹੜੀ ਕਥਾ ਹੈਗੀ, ਗ੍ਰੰਥ ਲਿਖੀ ਸੀ ਚਾਂਦ ਬਰਦਾਈ ਨੇ, ਇਹ ਕਲਪਨਾ ਤੇ ਉੱਤੇ ਆਧਾਰਿਤ ਆ। ਕਹਿੰਦੇ ਇਮੈਜੀਨੇਸ਼ਨ ਆ, ਏਦਾਂ ਦੀਆਂ ਹੋਰ ਵੀ ਬਥੇਰੀਆਂ ਮਿਲਦੀਆਂ ਨੇ। ਦੂਜੇ ਨੰਬਰ ਤੇ ਕਹਿੰਦੇ ਸ਼ਾਇਦ ਮੁਸਲਮਾਨਾਂ ਦੇ ਸਮੇਂ ਦੇ ਵਿੱਚ ਪ੍ਰਿਥਵੀ ਰਾਜ ਰਸੋ ਦੇ ਵਿੱਚ ਚੇਂਜਿਸ ਕਰ ਦਿੱਤੀਆਂ ਗਈਆਂ ਸੀ। ਤੀਸਰਾ ਕਹਿੰਦੇ ਕਿ ਬਹੁਤ ਸਾਰੇ ਰਾਜਪੂਤ ਜਿਹੜੇ ਹੈਗੇ ਨੇ ਉਹ ਅਗਨੀਕੁਲ ਸਿਧਾਂਤ ਨਾਲ ਕਿਵੇਂ ਜੁੜ ਸਕਦੇ ਨੇ, ਜਦ ਕਿ ਅਗਨੀਕੁਲ ਸਿਧਾਂਤ ਤੋਂ ਪਹਿਲਾਂ ਤਾਂ ਇਹਨਾਂ ਗ੍ਰੰਥਾਂ ਦੀ ਰਚਨਾ ਹੋ ਚੁੱਕੀ ਹੈ। ਮਤਲਬ ਕਹਿੰਦੇ ਪਹਿਲਾਂ ਗ੍ਰੰਥ ਲਿਖੇ ਗਏ,
ਫਿਰ ਅਗਨੀਕੁਲ ਦੀ ਥਿਊਰੀ ਆਈ ਆ। ਕਹਿੰਦੇ ਕਿ ਅਗਨੀਕੁਲ ਦੀ ਥਿਊਰੀ ਜੇ ਬਾਅਦ ਚੋਂ ਆਈ ਹੈ ਤੇ ਗ੍ਰੰਥਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਏਦਾਂ ਦਾ ਕੁਝ ਹੋਣਾ ਵਾ। ਕਹਿੰਦੇ ਕੋਈ ਚੀਜ਼ਾਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਪਈਆਂ। ਉਸ ਤੋਂ ਬਾਅਦ ਕਹਿੰਦੇ ਚੰਦ ਬਰਦਾਈ ਨੇ ਆਪ ਵੀ 36 ਰਾਜਪੂਤ ਵੰਸ਼ਾਂ ਦਾ ਜ਼ਿਕਰ ਕਰਦਿਆਂ ਅਗਨੀ ਵੰਸ਼ ਦਾ ਜ਼ਿਕਰ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਅਗਨੀ ਦਾ ਸਿਧਾਂਤ ਤਾਂ ਬਾਅਦ ਚੋਂ ਆਇਆ ਵਾ, ਗ੍ਰੰਥ ਪਹਿਲਾਂ ਲਿਖੇ ਗਏ ਆ। ਹੁਣ ਜੇ ਮੈਂ ਅੱਜ ਕੋਈ ਚੀਜ਼ ਲਿਖ ਰਹੀ ਹਾਂ, ਉਹ ਤਾਂ ਮੈਂ ਹੁਣ ਦੇ ਟਾਈਮ ਪੀਰੀਅਡ ਦੀ ਲਿਖੂੰਗੀ ਨਾ, ਮੈਨੂੰ ਥੋੜੀ ਨਾ ਪਤਾ ਅੱਗੇ ਕੀ ਹੋਣਾ ਵਾ, ਅਗਲੇ ਟਾਈਮ ਪੀਰੀਅਡ ਦੀ ਥੋੜੀ ਨਾ ਲਿਖ ਸਕਦੀ ਹਾਂ। ਗ੍ਰੰਥ ਵੀ ਏਦਾਂ ਦੇ ਸੀ। ਕਲੀਅਰ? ਉਸ ਤੋਂ ਬਾਅਦ ਤੁਹਾਡਾ ਆਂਦਾ ਹੈਗਾ ਵਾ, ਕਹਿੰਦੇ ਕਿ ਵਿਦੇਸ਼ੀ ਉਤਪਤੀ ਫੋਰਨ ਆਰਗਨਸ, ਮਤਲਬ ਕੀ ਵਿਦੇਸ਼ੀ ਉਤਪਤੀ। ਬਹੁਤ ਸਾਰੇ ਰਾਈਟਰ ਏਦਾਂ ਵੀ ਕਹਿੰਦੇ ਨੇ ਕਿ ਸਾਨੂੰ ਏਦਾਂ ਲੱਗਦਾ ਵਾ ਕਿ ਜਿਹੜੇ ਸਾਡੇ ਰਾਜਪੂਤ ਹੈਗੇ ਨੇ ਨਾ, ਇਹ ਵਿਦੇਸ਼ਾਂ ਤੋਂ ਆਏ ਨੇ। ਠੀਕ ਹੈ, ਵਿਦੇਸ਼ੀ ਜਾਤੀਆਂ, ਮੈਂ ਤੁਹਾਨੂੰ ਬੋਲਿਆ ਸੀ ਸ਼ੱਕ, ਹੂਣ, ਕੁਸ਼ਾਣ, ਇਹ ਤਿੰਨੇ ਵਰਡ ਆਣਗੇ, ਇਹ ਸਾਰੇ ਵਿਦੇਸ਼ੀ ਆ, ਫੋਰਨਰਸ। ਠੀਕ ਹੈ, ਕਹਿੰਦੇ ਸਾਨੂੰ ਲੱਗਦਾ ਹੈ ਕਿ ਇਹ ਲੋਕ ਇੱਥੋਂ ਦੇ ਨਹੀਂ ਹੈ, ਫੋਰਨਰ ਨੇ, ਇਹਨਾਂ ਦੀਆਂ ਸੰਤਾਨਾਂ ਨੇ, ਇੱਥੇ ਬਾਅਦ ਚੋਂ ਆ ਕੇ ਰਹਿਣ ਲੱਗ ਗਏ, ਜਿਹਦੇ ਕਰਕੇ ਇਹਨਾਂ ਦੇ ਜਿਹੜੇ ਬੱਚੇ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਰਾਜਪੂਤ ਕਿਹਾ ਜਾਣ ਲੱਗਾ। ਕਿਹਨਾਂ ਦਿਆਂ ਨੂੰ? ਸ਼ੱਕ, ਹੂਣ ਤੇ ਕੁਸ਼ਾਣ। ਠੀਕ ਹੈ, ਸੋ ਕਹਿੰਦੇ ਕਿ ਇਸ ਤਰ੍ਹਾਂ ਇਹ ਲੋਕ ਭਾਰਤ ਦੇ ਵਿੱਚ ਆਏ, ਭਾਰਤ ਨੂੰ ਅਪਣਾ ਲਿਆ, ਭਾਰਤ ਨੂੰ ਅਪਣਾਉਣ ਤੋਂ ਬਾਅਦ ਇਹ ਲੋਕ ਰਾਜਪੂਤ ਅਖਵਾਉਣ ਲੱਗੇ। ਕਹਿੰਦੇ ਕਿ ਰਾਜਪੂਤ ਉਹਨਾਂ ਦੀ ਤਰ੍ਹਾਂ ਹੀ ਯੁੱਧ ਨੂੰ ਪਿਆਰ ਕਰਦੇ ਸੀ, ਕਿਉਂਕਿ ਰਾਜਪੂਤ ਸੇਮ, ਉਹਨਾਂ ਨੂੰ ਯੁੱਧ ਦੇ ਨਾਲ ਯੱਗ ਦੇ ਨਾਲ ਕੋਈ ਪ੍ਰੋਬਲਮ ਨਹੀਂ ਸੀ, ਨਾ ਯੱਗ ਤੇ ਨਾ ਯੁੱਧ। ਠੀਕ ਹੈ, ਉਸ ਤੋਂ ਬਾਅਦ ਕਹਿੰਦੇ ਅਸ਼ਵ ਪੂਜਾ, ਅਸ਼ਵਮੇਧ ਯੁੱਗ, ਅਸਤਰ ਪੂਜਾ, ਅੰਧ ਵਿਸ਼ਵਾਸ ਕਹਿੰਦੇ ਰਾਜਪੂਤਾਂ ਵਿੱਚ ਵੀ ਪ੍ਰਚਲਿਤ ਸੀ। ਕਹਿੰਦੇ ਇਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਫੋਰਨ ਦੀਆਂ ਕਾਸਟਾਂ ਵਿੱਚ ਵੀ ਸੇਮ ਚੀਜ਼ ਸੀ, ਫਿਰ ਜਿਹੜੇ ਇਹਨਾਂ ਦੇ ਨੈਕਸਟ ਬੱਚੇ ਆਏ ਉਹਨਾਂ ਵਿੱਚ ਵੀ ਸੇਮ ਚੀਜ਼ ਸੀ। ਕਹਿੰਦੇ ਇਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੁਰਾਣੇ ਟਾਈਮ ਪੀਰੀਅਡ, ਮਤਲਬ ਕਿ ਸ਼ੱਕ, ਹੂਣ, ਕੁਸ਼ਾਣ ਦੇ ਟਾਈਮ ਪੀਰੀਅਡ ਤੋਂ ਹੀ ਸਾਰੀਆਂ ਚੀਜ਼ਾਂ ਚੱਲੀਆਂ ਆ ਰਹੀਆਂ ਨੇ। ਕਹਿੰਦੇ ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਰਾਜਪੂਤ ਅ ਮਿਕਸਡ ਰੇਸ। ਕਹਿੰਦੇ ਸਾਨੂੰ ਏਦਾਂ ਲੱਗਦਾ ਹੈ ਕਿ ਰਾਜਪੂਤ ਕਿਸੇ ਇੱਕ ਜਾਤੀ ਦੇ ਨਾਲ ਨਹੀਂ ਬਿਲੋਂਗ ਕਰਦੇ, ਬਲਕਿ ਰਾਜਪੂਤ ਤਾਂ ਇੱਕ ਮਿਕਸਅਪ ਸੁਸਾਇਟੀ ਦੇ ਵਿੱਚੋਂ ਆਏ ਲੱਗਦੇ ਨੇ। ਹੁਣ ਮਿਕਸਅਪ ਸੁਸਾਇਟੀ ਕਿਹੜੀ ਹੋਈ, ਚਲੋ ਪੜ੍ਹਦੇ ਹਾਂ। ਕਹਿੰਦੇ ਭਾਰਤ ਦੇ ਮਤਲਬ ਜਿਹੜਾ ਅਰਲੀਅਰ ਜਿਹੜਾ ਇਤਿਹਾਸ ਹੈਗਾ ਵਾ, ਕਹਿੰਦੇ ਉਹਦੇ ਵਿੱਚ ਇੱਕ ਰਾਈਟਰ ਨੇ, ਰਾਈਟਰ ਦਾ ਨਾਮ ਹੈਗਾ ਵਿਨਸੈਂਟ ਏ ਸਮਿਥ। ਕਹਿੰਦੇ ਉਹਨਾਂ ਨੇ ਇਹ ਚੀਜ਼ ਬੋਲੀ ਹੈਗੀ ਆ ਕਿ ਰਾਜਪੂਤਾਂ ਦੇ ਕੁਝ ਵੰਸ਼ ਜਿਹੜੇ ਹੈਗੇ ਨੇ, ਮਤਲਬ ਰਾਜਪੂਤ ਜਿਹੜੇ ਲੋਕ ਹੈਗੇ ਨੇ, ਉਹਨਾਂ ਦੇ ਕੁਝ ਵੰਸ਼ ਏਦਾਂ ਲੱਗਦੇ ਨੇ, ਮਤਲਬ ਉਹਨਾਂ ਦੇ ਕੁਝ ਬੱਚੇ ਏਦਾਂ ਲੱਗਦੇ ਨੇ ਜਿਹੜੇ ਕਿ ਫੋਰਨਰ ਹੋਣ, ਤੇ ਕੁਝ ਏਦਾਂ ਲੱਗਦੇ ਨੇ ਜਿੱਦਾਂ ਸ਼ੁਰੂ ਤੋਂ ਹੀ ਭਾਰਤ ਦੇ ਵਿੱਚ ਰਹਿੰਦੇ ਹੋਣ। ਕਹਿੰਦੇ ਕੁਝ ਲੋਕ ਏਦਾਂ ਲੱਗਦੇ ਨੇ ਜਿੱਦਾਂ ਦੇਸੀ, ਮਤਲਬ ਇੱਥੋਂ ਦੇ ਹੋਣ। ਕਹਿੰਦੇ ਇਸ ਲਈ ਪਰਮਾਰ, ਚੌਹਾਨ, ਪ੍ਰਤੀਹਾਰ, ਹੁਣ ਕਹਿੰਦੇ ਇਹਨਾਂ ਸਾਰਿਆਂ ਤੋਂ ਏਦਾਂ ਲੱਗਦਾ ਹੈ ਕਿ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ, ਇਹ ਮੋਸਟਲੀ ਕੀ ਹੈਗੇ ਨੇ, ਰਾਜਪੂਤ ਹੈਗੇ ਨੇ। ਕਹਿੰਦੇ ਜਦੋਂ ਤੱਕ ਚੰਦੇਲ, ਕਲਚੂਰੀ, ਰਠੌਰ, ਗੋਂਡ, ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਸ਼ੁੱਧ ਭਾਰਤੀਆਂ ਦੀ ਜਿੱਦਾਂ ਸੰਤਾਨ ਅਖਵਾਉਂਦੇ ਆ ਕਿ ਨਹੀਂ ਇਹ ਲੋਕ ਸ਼ੁੱਧ ਭਾਰਤੀ ਨੇ, ਇੱਥੋਂ ਹੀ ਨੇ, ਇੱਥੋਂ ਹੀ ਇਹਨਾਂ ਦੇ ਬੇਬੀ ਹੋਏ ਨੇ। ਕਹਿੰਦੇ ਇਹ ਤਾਂ ਹੋ ਗਏ ਦੇਸੀ ਜੇ। ਠੀਕ ਹੈ, ਸ਼ੱਕ, ਹੂਣ, ਕੁਸ਼ਾਣ ਕਹਿੰਦੇ ਉਹ ਬਾਹਰ ਤੋਂ ਭਾਰਤ ਦੇ ਵਿੱਚ ਆਏ, ਉਹਨਾਂ ਦੀਆਂ ਜਿਹੜੀਆਂ ਸੰਤਾਨ ਹੋਈਆਂ ਉਹ ਵੀ ਰਾਜਪੂਤ ਅਖਵਾਉਣ ਲੱਗੀਆਂ, ਮਤਲਬ ਮਿਕਸ ਟਾਈਪ ਦੇ ਨੇ ਰਾਜਪੂਤ। ਇੱਕ ਤਾਂ ਇੱਥੋਂ ਦੇ ਲੋਕਾਂ ਦੇ, ਠੀਕ ਹੈ, ਇੱਕ ਜਿਹੜੇ ਫੋਰਨ ਤੋਂ ਇੱਥੇ ਆਏ ਨੇ, ਲੇਕਿਨ ਉਹਨਾਂ ਦੇ ਵਿੱਚ ਬਰੇਵ ਸੀਗੀ, ਮਤਲਬ ਬਰੇਵਨੈਸ ਸੀਗੀ, ਉਹ ਲੋਕ ਬਹਾਦਰ ਸੀ, ਯੁੱਧ ਨੂੰ ਅਪਣਾਉਂਦੇ ਸੀ। ਕਹਿੰਦੇ ਉਹਨਾਂ ਦੇ ਬੱਚੇ ਵੀ ਕੀ ਕਹਾਣ ਲੱਗੇ, ਰਾਜਪੂਤ। ਸੋ ਅਸੀਂ ਇਹ ਕਵਾਂਗੇ ਕਿ ਉਹ ਸਾਰੇ ਕੀ ਨੇ, ਕਿਸਮ ਦੇ ਮਿਕਸਅਪ ਜਿਹੇ ਨੇ। ਮਤਲਬ ਰਾਜਪੂਤਾਂ ਦੇ ਬਾਰੇ ਵਿੱਚ ਕਿਸੇ ਦੇ ਕੋਲ ਕੋਈ ਸਹੀ ਰਾਏ, ਆਈਡੀਆ ਜਾਂ ਨੌਲੇਜ ਨਹੀਂ ਹੈ ਕਿ ਰਾਜਪੂਤ ਵਰਡ ਕਿੱਥੋਂ ਆਇਆ। ਇਸ ਲਈ ਸਾਰੇ ਰਾਈਟਰ ਨੇ ਆਪਣੇ ਆਪਣੇ ਪੁਆਇੰਟ ਆਫ ਵਿਊ ਦੇਤੇ ਕਿ ਸ਼ਾਇਦ ਸਾਡੇ ਅਕੋਰਡਿੰਗ ਰਾਜਪੂਤ ਵਰਡ ਇੱਥੋਂ ਆਂਦਾ ਪਿਆ ਵਾ। ਉਸ ਤੋਂ ਬਾਅਦ ਰਾਜਪੂਤ ਸਿਵਲਾਈਜੇਸ਼ਨ ਐਂਡ ਕਲਚਰ। ਕਹਿੰਦੇ ਰਾਜਪੂਤਾਂ ਦੀ ਸੱਭਿਅਤਾ ਲਿਖੋ, ਜਾਂ ਉਹਨਾਂ ਦਾ ਕਲਚਰ ਲਿਖੋ, ਜਾਂ ਸੰਸਕ੍ਰਿਤੀ ਲਿਖੋ। ਕੁਐਸਚਨ ਦੂਜੇ ਟਾਈਪ ਦੇ ਨਾਲ ਵੀ ਆ ਸਕਦਾ ਹੈ ਕਿ
ਕਹਿੰਦੇ ਕੁਐਸਚਨ ਦੂਜੇ ਟਾਈਪ ਨਾਲ ਵੀ ਆ ਸਕਦਾ ਹੈ ਕਿ ਪੋਲੀਟੀਕਲ ਸੋਸ਼ਲ ਐਂਡ ਰਿਲੀਜੀਅਸ ਲਾਈਫ, ਮਤਲਬ ਕਿ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜੀਵਨ ਦੇ ਬਾਰੇ ਚ ਲਿਖੋ। ਚਲੋ ਹੁਣ ਅਸੀਂ ਉਹਨਾਂ ਦੀ ਪੋਲੀਟੀਕਲ ਸੋਸ਼ਲ ਤੇ ਇਕਨੋਮਿਕ ਲਾਈਫ ਬਾਰੇ ਲਿਖਣਾ ਹੈਗਾ ਕਿ ਰਾਜਪੂਤਾਂ ਦੀ ਕਿਸ ਤਰ੍ਹਾਂ ਦੀ ਸੀ। ਜਦੋਂ ਕਿਸੇ ਦੀ ਲਾਈਫ ਦੇ ਬਾਰੇ ਵਿੱਚ ਆ ਜਾਂਦਾ ਹੈ ਨਾ ਤੇ ਤੁਸੀਂ ਮੰਨ ਕੇ ਚੱਲੋ ਹਰੇਕ ਦਾ ਐਡਮਿਨਿਸਟ੍ਰੇਸ਼ਨ ਆਏਗਾ ਤੇ ਮੋਸਟਲੀ ਸਭ ਦਾ ਐਡਮਿਨਿਸਟ੍ਰੇਸ਼ਨ ਇੱਕੋ ਜਿਹਾ ਹੁੰਦਾ ਵਾ। ਬੱਚੇ ਨਾ ਕਈ ਵੇਲੇ ਯਾਦ ਭੁੱਲ ਜਾਂਦੇ ਵੀ ਮੈਂ ਤਾਂ ਬਾਬਰ ਦਾ ਐਡਮਿਨਿਸਟ੍ਰੇਸ਼ਨ ਯਾਦ ਕਰਕੇ ਗਿਆ ਸੀ, ਆ ਮੈਨੂੰ ਰਾਜਪੂਤਾਂ ਦਾ ਕਿੱਥੋਂ ਆ ਗਿਆ, ਜਾਂ ਮੈਂ ਰਾਜਪੂਤਾਂ ਦਾ ਯਾਦ ਕਰਕੇ ਗਿਆ ਸੀ ਮੈਨੂੰ ਅਲਾਉਦੀਨ ਖਿਲਜੀ ਦਾ ਕਿੱਥੋਂ ਆ ਗਿਆ। ਉਹ ਪੁੱਤਰ ਇੱਕ ਗੱਲ ਯਾਦ ਰੱਖੋ, ਐਡਮਿਨਿਸਟ੍ਰੇਸ਼ਨ ਤਾਂ ਐਡਮਿਨਿਸਟ੍ਰੇਸ਼ਨ ਹੀ ਹੈ, ਸਾਰੇ ਦੇ ਵਿੱਚ ਰਾਜਾ ਤਾਂ ਹੋਊਗਾ ਹੀ, ਮੰਤਰੀ ਹੋਣਗੇ, ਵਿੱਤ ਮੰਤਰੀ ਫਾਈਨਾਂਸ ਮਿਨਿਸਟਰਸ ਹੋਣਗੇ ਹੀ ਹੋਣਗੇ। ਇਸ ਲਈ ਜਦੋਂ ਵੀ ਕਿਸੇ ਦਾ ਐਡਮਿਨਿਸਟ੍ਰੇਸ਼ਨ ਯਾਦ ਕਰਨ ਲੱਗੋ ਨਾ, ਮੇਰੀ ਦੀ ਗੱਲ ਨੂੰ ਧਿਆਨ ਦੇ ਵਿੱਚ ਥੋੜਾ ਰੱਖ ਲੈਣਾ ਕਿ ਐਡਮਿਨਿਸਟ੍ਰੇਸ਼ਨ ਹਰੇਕ ਦਾ ਇੱਕੋ ਜਿਹਾ ਹੁੰਦਾ ਹੈ, ਥੋੜੇ ਬਹੁਤੇ ਨਾਮ ਚੇਂਜ ਹੋ ਜਾਂਦੇ ਆ। ਖੁਦਾ ਨਾ ਵਾਸਤਾ ਤੁਸੀਂ ਇੱਕ ਕੁਐਸਚਨ ਲਰਨ ਕਰਕੇ ਗਏ ਹੋ ਲੇਕਿਨ ਉਹ ਕੁਐਸਚਨ ਨਹੀਂ ਆਂਦਾ, ਐਡਮਿਨਿਸਟ੍ਰੇਸ਼ਨ ਕਿਸੇ ਹੋਰ ਦਾ ਆ ਜਾਂਦਾ ਹੈ, ਤੇ ਪੁੱਤਰ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਹੀ ਹੁੰਦਾ ਹੈ। ਜਿੱਦਾਂ ਤੁਹਾਡਾ ਨਾਮ ਪੰਜਾਬੀ ਚ ਵੀ ਉਹੀ ਤੇ ਹਿੰਦੀ ਚ ਵੀ ਉਹੀ ਹੈ ਨਾ, ਇੰਗਲਿਸ਼ ਚ ਵੀ ਉਹੀ ਹੈ, ਸੇਮ ਐਡਮਿਨਿਸਟ੍ਰੇਸ਼ਨ ਹਰੇਕ ਦਾ ਉਹੀ ਹੁੰਦਾ ਵਾ, ਸਿਰਫ ਥੋੜੇ ਬਹੁਤੇ ਅੱਖਰਾਂ ਦਾ ਫਰਕ ਪੈ ਜਾਂਦਾ, ਜਿੱਦਾਂ ਪੰਜਾਬੀ ਚ ਹੋਰ ਅੱਖਰ ਨੇ, ਇੰਗਲਿਸ਼ ਚ ਹੋਰ ਨੇ। ਤੋ ਸੇਮ ਏਦਾਂ ਦਾ ਹੀ ਹੁੰਦਾ ਕਿ ਥੋੜੀ ਬਹੁਤੀ ਚੀਜ਼ ਇੱਧਰ ਉੱਧਰ ਹੋ ਜਾਂਦੀ ਆ, ਅਦਰਵਾਈਜ਼ ਸਭ ਦਾ ਕੰਮ ਸੇਮ ਹੀ ਹੁੰਦਾ ਵਾ। ਤੁਹਾਨੂੰ ਮੈਂ ਕਹਿੰਦੀ ਇਹਦੇ ਵਿੱਚ 10 ਕੁਐਸਚਨ ਏਦਾਂ ਦੇ ਹੋਣਗੇ ਜਿਸ ਚ ਆਇਆ ਹੋਗਾ ਐਡਮਿਨਿਸਟ੍ਰੇਸ਼ਨ ਲਿਖੋ, ਐਡਮਿਨਿਸਟ੍ਰੇਸ਼ਨ ਲਿਖੋ, ਐਡਮਿਨਿਸਟ੍ਰੇਸ਼ਨ ਲਿਖੋ। ਬੱਚੇ ਪੇਪਰ ਚ ਜਾ ਕੇ ਕਨਫਿਊਜ਼ਡ, ਮੈਂ ਤਾਂ ਜੀ ਇਹਦਾ ਐਡਮਿਨਿਸਟ੍ਰੇਸ਼ਨ ਹੀ ਨਹੀਂ ਪੜਿਆ, ਇਹ ਕਿੱਥੋਂ ਆ ਗਿਆ, ਕਿੱਥੋਂ ਕੀ ਹੋਣਾ ਹੈ, ਐਡਮਿਨਿਸਟ੍ਰੇਸ਼ਨ ਹੀ ਆ, ਹਰੇਕ ਦਾ ਇੱਕੋ ਜਿਹਾ ਹੀ ਹੋਊਗਾ। ਠੀਕ ਹੈ, ਕਨਫਿਊਜ਼ ਨਹੀਂ ਹੋਣਾ। ਚਲੋ ਕਹਿੰਦੇ ਪੋਲੀਟੀਕਲ ਐਂਡ ਐਡਮਿਨਿਸਟ੍ਰੇਟਿਵ ਆਰਗੇਨਾਈਜੇਸ਼ਨ ਆ ਗਿਆ ਨਾ, ਐਡਮਿਨਿਸਟ੍ਰੇਟਿਵ ਆਰਗੇਨਾਈਜੇਸ਼ਨ। ਮੈਂ ਸਿਰਫ ਉੱਤੇ ਕੁਐਸਚਨ ਤੁਹਾਨੂੰ ਇਹ ਪੜਿਆ ਕਿ ਪੋਲੀਟੀਕਲ ਇਕਨੋਮਿਕ ਤੇ ਸੋਸ਼ਲ ਕੰਡੀਸ਼ਨ ਦੇਣੀ ਹੈ, ਤੇ ਜਦੋਂ ਮੈਂ ਆਨਸਰ ਤੇ ਆਈ ਤੇ ਉਹਨਾਂ ਨੇ ਲਿਖਤਾ ਕਿ ਪੋਲੀਟੀਕਲ ਐਂਡ ਐਡਮਿਨਿਸਟ੍ਰੇਟਿਵ ਆਰਗੇਨਾਈਜੇਸ਼ਨ, ਮਤਲਬ ਕਿ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਢਾਂਚਾ। ਕਹਿੰਦੇ ਅਸੀਂ ਦੇਖਦੇ ਹਾਂ ਕਿ ਰਾਜਪੂਤਾਂ ਦੇ ਟਾਈਮ ਪੀਰੀਅਡ ਦੇ ਵਿੱਚ ਨਾ ਸਾਰੀਆਂ ਰਿਆਸਤਾਂ, ਸਾਰੇ ਦੇਸ਼ ਬਹੁਤ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕੀਤੇ ਹੋਏ ਸੀਗੇ, ਕਿਉਂਕਿ ਸਾਰੇ ਜਿਹੜੇ ਸੀ ਉਸ ਸਮੇਂ ਯੁੱਧ ਵਗੈਰਾ ਚੱਲਦੇ ਰਹਿੰਦੇ ਹੁੰਦੇ ਸੀ, ਸੈਨਿਕ ਪੱਖ ਤੋਂ ਸਾਰੇ ਹੀ ਰਾਜੇ ਕਾਫੀ ਜ਼ਿਆਦਾ ਕਮਜ਼ੋਰ ਹੋ ਗਏ ਸੀ। ਮੁਸਲਮਾਨ ਕਹਿੰਦੇ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਰਾਜਪੂਤ ਜਿਹੜੇ ਸੀ ਇੰਨੇ ਜ਼ਿਆਦਾ ਬਰੇਵ ਸੀਗੇ, ਹਮੇਸ਼ਾ ਯੁੱਧ ਦੇ ਵਿੱਚ ਪਾਰਟਿਸਿਪੇਟ ਕਰਦੇ ਰਹਿੰਦੇ ਹੁੰਦੇ ਸੀ। ਕਹਿੰਦੇ ਕਿ ਰਾਜਪੂਤ ਸੈਨਾ ਦੇ ਪੱਖੋਂ ਕਮਜ਼ੋਰ ਸਨ, ਬਾਕੀ ਸਾਰੇ ਮੁਸਲਮਾਨ ਹੋ ਗਏ ਉਹਨਾਂ ਦੇ ਟਾਈਮ ਪੀਰੀਅਡ 'ਚ, ਹਿੰਦੂ ਹੋ ਗਏ, ਕਹਿੰਦੇ ਸਾਰੇ ਬੜੇ ਵੀਕ ਸੀਗੇ, ਸਿਰਫ ਰਾਜਪੂਤ ਬੜੇ ਸਟਰੋਂਗ ਸੀ ਉਸ ਟਾਈਮ ਪੀਰੀਅਡ ਦੇ ਵਿੱਚ। ਯਾਦ ਰੱਖਣਾ ਕਹਿੰਦੇ ਕਿ ਸਭ ਰਾਜਾਂ ਦੇ ਵਿੱਚ ਇੱਕੋ ਜਿਹੀ ਜਿਹੜੀ ਪ੍ਰਣਾਲੀ ਹੁੰਦੀ ਹੈ, ਕਹਿੰਦੇ ਸਿਸਟਮ ਜਿਹੜਾ ਹੈਗਾ ਇੱਕੋ ਜਿਹੇ ਵੇ ਦੇ ਨਾਲ ਚਲਾਇਆ ਜਾਂਦਾ ਹੈਗਾ ਵਾ। ਠੀਕ ਹੈ, ਕਹਿੰਦੇ ਹਾਂ ਲੇਕਿਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਵਾ ਕਿ ਜਿਹੜਾ ਸੈਂਟਰਲ ਤੇ ਸਟੇਟ ਗਵਰਨਮੈਂਟ ਦੇ ਵਿਚਕਾਰ ਜਿਹੜੇ ਰਿਲੇਸ਼ਨ ਹੈਗੇ ਆ, ਕਿਸੇ ਵੇਲੇ ਰਾਜਾ ਜਿਹੜਾ ਸੀਗਾ ਉਹ ਸੈਂਟਰ ਯਾਨੀ ਕਿ ਆਪਣੇ ਕੋਲ ਜ਼ਿਆਦਾ ਪਾਵਰ ਰੱਖ ਲੈਂਦਾ ਸੀ, ਕਿਸੇ ਵੇਲੇ ਘੱਟ ਰੱਖ ਲੈਂਦਾ ਸੀ। ਕਹਿੰਦੇ ਏਦਾਂ ਹੋ ਸਕਦਾ ਪਾਵਰ ਘੱਟ ਜਾਂ ਵੱਧ ਹੋ ਜਾਵੇ। ਠੀਕ ਹੈ, ਪਹਿਲਾ ਹੈਗਾ ਕਿੰਗ ਐਂਡ ਹਿਸ ਡਿਊਟੀ। ਕਹਿੰਦੇ ਰਾਜਾ ਕੌਣ ਸੀ ਤੇ ਰਾਜੇ ਦੇ ਕਰਤੱਵ ਕੀ ਸੀ। ਅਸੀਂ ਕਵਾਂਗੇ ਰਾਜਾ ਉਸ ਟਾਈਮ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਕਿ ਪਾਵਰਫੁਲ ਹੁੰਦਾ ਸੀ, ਸਾਰੀਆਂ ਪੋਸਟਾਂ ਰਾਜੇ ਦੇ ਕੋਲ ਹੁੰਦੀਆਂ ਸੀ, ਉਹ ਆਪਣੀ ਮਰਜ਼ੀ ਦੇ ਨਾਲ ਪੋਸਟ ਡਿਸਟ੍ਰੀਬਿਊਟ ਕਰਦਾ ਸੀ। ਕਿੰਗ ਜਿਹੜਾ ਖੁਦ ਸੀ ਉਹਨੇ ਬਹੁਤ ਸਾਰੇ ਆਪਣੇ ਆਪ ਨੂੰ ਟਾਈਟਲ ਦਿੱਤੇ ਹੋਏ ਸੀ, ਜਿਵੇਂ ਮਹਾਰਾਜਾ, ਮਹਾਰਾਜਾ ਧਿਰਾਜ, ਪਰਮੇਸ਼ਵਰ। ਠੀਕ ਹੈ, ਇਸ ਤਰ੍ਹਾਂ ਦੇ ਆਪਣੇ ਆਪ ਨੂੰ ਟਾਈਟਲ ਦਿੱਤੇ ਹੋਏ ਸੀ। ਜਿੱਦਾਂ ਨੇਹਾ ਕੱਕੜ ਨਹੀਂ ਕਹਿੰਦੀ ਹੁੰਦੀ ਮੈਂ ਸੈਲਫੀ ਕੁਈਨ, ਇਹਦਾ ਮਤਲਬ ਕੀ ਉਹਨੇ ਆਪਣੇ ਆਪ ਨੂੰ ਟਾਈਟਲ ਦਿੱਤਾ ਹੋਇਆ ਵਾ ਕਿ ਉਹ ਸੈਲਫੀ ਕੁਈਨ ਆ। ਏਦਾਂ ਦੇ ਹੀ ਰਾਜੇ ਹੁੰਦੇ ਸੀ, ਆਪਣੇ ਲਈ ਆਪ ਹੀ ਟਾਈਟਲ ਲੈਂਦੇ ਰਹਿੰਦੇ ਹੁੰਦੇ ਸੀ ਜੀ, ਕਿਹੜੇ ਕਿਹੜੇ ਮਹਾਰਾਜਾ, ਮਹਾਰਾਜਾ ਧਿਰਾਜ, ਪਰਮੇਸ਼ਵਰ, ਸੋ ਆਪਣੇ ਲਈ ਆਪ ਹੀ ਟਾਈਟਲ ਲੈ ਲੈਂਦੇ ਹੁੰਦੇ ਸੀਗੇ। ਕਹਿੰਦੇ ਕਿ ਇੰਨੇ ਅਧਿਕਾਰ ਹੁੰਦੇ ਹੋਏ ਵੀ ਉਹਨਾਂ ਦੇ ਕੋਲ ਇੰਨੀਆਂ ਪਾਵਰਸ ਤੇ ਇੰਨੇ ਰਾਈਟ ਸੀਗੇ, ਲੇਕਿਨ ਕਦੇ ਉਹਨਾਂ ਨੇ ਜਨਤਾ ਦੇ ਨਾਲ ਬੁਰਾ ਨਹੀਂ ਕਰਨਾ ਚਾਹਿਆ। ਕਦੇ ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਨੇ ਜਨਤਾ ਨੂੰ ਮਤਲਬ ਜਿਹੜਾ ਹੈਗਾ ਹਾਰਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਜਨਤਾ ਦੀ ਕਦੇ ਭਲਾਈ ਲਈ ਨਾ ਕੰਮ ਕੀਤਾ ਹੋਵੇ। ਕਹਿੰਦੇ ਉਹ ਜਨਤਾ ਨੂੰ ਬਹੁਤ ਇੰਪੋਰਟੈਂਸ ਦਿੰਦੇ ਸੀ, ਯਾਨੀ ਕਿ ਜਨਤਾ ਦੀ ਭਲਾਈ ਦੇ ਲਈ ਤਾਂ ਕਹਿੰਦੇ ਉਹ ਬਹੁਤ ਜ਼ਿਆਦਾ ਕੰਮ ਕਰਦੇ ਸੀ। ਕਹਿੰਦੇ ਉਹਨਾਂ ਦੇ ਦਰਬਾਰ ਦੇ ਵਿੱਚ ਨਾ ਰਾਣੀ ਜਿਹੜੀ ਹੁੰਦੀ ਸੀ ਉਹਨੇ ਵੀ ਆਪਣੇ ਆਪ ਨੂੰ ਟਾਈਟਲ ਦਿੱਤਾ ਹੋਇਆ ਸੀ, ਕਾਹਦਾ? ਪਟਰਾਣੀ ਦਾ। ਠੀਕ ਹੈ,
ਤੇ ਸਾਰੇ ਬੜੇ ਸਨਮਾਨ ਦੇ ਨਾਲ ਉਹਨੂੰ ਦੇਖਦੇ ਹੁੰਦੇ ਸੀਗੇ। ਈਵਨ ਕੀ ਕਹਿੰਦੇ ਪਟਰਾਣੀ ਦੇ ਨਾਮ ਦੇ ਤੋਂ coin ਵੀ ਚੱਲਦੇ ਸੀ, coin ਸਮਝਦੇ ਹੋ ਨਾ, ਸਿੱਕੇ ਚੱਲਣਾ। ਕਹਿੰਦੇ other office officials ਕਹਿੰਦੇ ਹੋਰ ਅਧਿਕਾਰੀ ਕਿਹੜੇ ਕਿਹੜੇ ਹੁੰਦੇ ਸੀ, ਅਸੀਂ ਕਹਿਣਾ ਹੈ ਕਿ ਓਕੇ ਚਲੋ ਦੁਬਾਰਾ ਬੋਲਦੀ ਹਾਂ। ਅਸੀਂ ਕਹਿਣਾ ਹੈ ਕਿ ਉਸ ਸਮੇਂ ਦੇ ਪੀਰੀਅਡ ਦੇ ਵਿੱਚ ਰਾਣੀ ਜਿਹੜੀ ਹੁੰਦੀ ਸੀਗੀ ਉਹਨੂੰ ਵੀ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਸੀ। ਰਾਣੀ ਨੇ ਵੀ ਆਪਣੇ ਆਪ ਨੂੰ ਯਾਨੀ ਕਿ ਕੁਈਨ ਨੇ ਵੀ ਆਪਣੇ ਆਪ ਨੂੰ ਟਾਈਟਲ ਦਿੱਤਾ ਹੁੰਦਾ ਸੀ। ਕੁਈਨ ਨੇ ਕਿਹੜਾ ਟਾਈਟਲ ਦਿੱਤਾ ਹੁੰਦਾ ਸੀ ਆਪਣੇ ਆਪ ਨੂੰ? ਪਟਰਾਣੀ ਦਾ। ਠੀਕ ਹੈ। ਕਹਿੰਦੇ ਹੋਰ ਕਿਹੜੇ ਕਿਹੜੇ ਪਰਸਨ ਹੁੰਦੇ ਸੀ ਉਹਨਾਂ ਦੇ ਦਰਬਾਰ ਦੇ ਵਿੱਚ? ਅਸੀਂ ਕਵਾਂਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਵਿੱਚ ਹੁੰਦਾ ਸੀ ਮਹਾਮਤਿਆ। ਪੰਜਾਬੀ ਇੰਗਲਿਸ਼ ਸਾਰਿਆਂ 'ਚ ਸੇਮ ਹੀ ਹੋਊਗਾ, ਠੀਕ ਹੈ, ਜਿਹੜਾ ਕੁਛ ਚੇਂਜ ਕਰਨ ਵਾਲਾ ਹੋਊਗਾ ਮੈਂ ਦੱਸ ਦੂੰਗੀ। ਮਹਾਮਤਿਆ ਕਹਿੰਦੇ ਮਹਾਮਤਿਆ ਜਿਹੜਾ ਹੁੰਦਾ ਸੀ ਫਾਈਨਾਂਸ ਮਿਨਿਸਟਰ ਹੁੰਦਾ ਸੀ। ਮਿਲਟਰੀ ਦੇ ਪਰਸਨ, ਤੁਹਾਨੂੰ ਪਤਾ ਹੀ ਹੈ ਮਿਲਟਰੀ ਦਾ ਪਰਸਨ ਮਿਲਟਰੀ ਨੂੰ ਟ੍ਰੇਨਿੰਗ ਦੇਣਾ ਦਾ ਕੰਮ ਕਰੇਗਾ। ਮਹਾਦੰਡ ਨਾਇਕ ਜਿਹੜਾ ਕਿ ਪੁਲਿਸ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ ਤੁਹਾਡਾ ਹੈ ਪ੍ਰੋਹਿਤ ਜਿਹੜਾ ਰਿਲੀਜੀਅਸ ਦੇ ਨਾਲ ਰਿਲੇਟਡ ਹੁੰਦਾ ਸੀ। ਪ੍ਰਤਿਹਾਰ, ਪ੍ਰਤਿਹਾਰ ਜਿਹੜਾ ਰਾਜ ਦੇ ਦਰਬਾਰ ਦੇ ਵਿੱਚ ਮਹਿਲਾਂ ਦੇ ਵਿੱਚ ਹਰ ਪ੍ਰਕਾਰ ਦੇ ਸਿਸਟਮ ਨੂੰ ਦੇਖਦਾ ਸੀ। ਉਸ ਤੋਂ ਬਾਅਦ ਹੈ ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ। ਪ੍ਰੋਵਿੰਸ਼ੀਅਲ ਦਾ ਮਤਲਬ ਕੀ ਹੈ? ਪ੍ਰੋਵਿੰਸ਼ੀਅਲ ਦਾ ਮਤਲਬ ਅਸੀਂ ਕਰਾਂਗੇ ਪ੍ਰਾਂਤ ਕਿੱਦਾਂ ਦੇ ਸੀ। ਅਸੀਂ ਕਵਾਂਗੇ ਪ੍ਰਾਂਤ ਦੇ ਵਿੱਚ ਮਤਲਬ ਕਿਹੜੇ ਕਿਹੜੇ ਮਿਨਿਸਟਰ ਕੰਮ ਕਰਦੇ ਸੀ। ਇੱਕ ਹੁੰਦਾ ਸੀ ਭੁਗਤੀ। ਅੱਛਾ ਮੈंने ਬੋਲਿਆ ਪੰਜਾਬੀ ਇੰਗਲਿਸ਼ 'ਚ ਸੇਮ ਹੀ ਹੋਊਗਾ, ਜਿਸ 'ਚ ਮੈਂ ਚੇਂਜ ਕਰਨ ਵਾਲਾ ਹੋਊਗਾ ਮੈਂ ਕਰ ਦੂੰਗੀ। ਤੋ ਕਹਿੰਦੇ ਕਿ ਜਿਹੜੇ ਸਾਡੇ ਮਤਲਬ ਪ੍ਰਾਂਤ ਸੀ, ਪ੍ਰੋਵਿੰਸ਼ੀਅਲ ਸੀ, ਉਹਦੇ ਵਿੱਚ ਕੌਣ ਕੌਣ ਹੁੰਦਾ ਸੀ? ਪਹਿਲਾ ਹੁੰਦਾ ਸੀ ਭੁਗਤੀ, ਫਿਰ ਹੁੰਦਾ ਸੀ ਵਿਸ਼ ਜਿਹੜਾ ਕਿ ਸਾਰੀ ਜਗ੍ਹਾ ਨੂੰ ਪ੍ਰੋਟੈਕਟ ਕਰਨ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਕਹਿੰਦੇ ਨਗਰ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ, ਜਾਂ ਫਿਰ ਕਹਿ ਲਓ ਕਿ ਆਪਣੇ ਨਗਰ ਦੇ ਵਿੱਚ ਕਿਲੇ ਵਗੈਰਾ ਬਣਾ ਲੈਣਾ, ਜਾਂ ਫਿਰ ਕਹਿ ਲਓ ਕਿ ਆਪਣੇ ਨਗਰ ਦੇ ਵਿੱਚ ਜਿਹੜੇ ਉਹਨਾਂ ਦੇ ਵਿਲੇਜ ਹੁੰਦੇ ਸੀ, ਵਿਲੇਜ ਦੀ ਪ੍ਰੋਟੈਕਸ਼ਨ ਦੇ ਲਈ ਕੰਮ ਕਰਨਾ, ਸਾਰਾ ਕੰਮ ਕਿਹਦਾ ਹੁੰਦਾ ਸੀ? ਭੁਗਤੀ ਦਾ। ਭੁਗਤੀ, ਠੀਕ ਹੈ ਨਾ, ਤੇ ਵਿਸ਼ ਦਾ ਹੁੰਦਾ ਸੀਗਾ। ਉਸ ਤੋਂ ਬਾਅਦ ਹੈ ਫੈਡਰਲ ਸਿਸਟਮ। ਫੈਡਰਲ ਸਿਸਟਮ ਦਾ ਮਤਲਬ ਕੌਣ ਹੈ? ਸਮੰਤ। ਠੀਕ ਹੈ। ਫੈਡਰਲ ਸਿਸਟਮ ਅਗਰ ਸਮੰਤ ਦੇਖੇ ਜਾਣ ਇਹ ਕੌਣ ਹੁੰਦੇ ਸੀ? ਅੱਛਾ ਮੈਂ ਸਟੋਰੀ ਦੀ ਤਰ੍ਹਾਂ ਤੁਹਾਨੂੰ ਦੱਸਦੀ ਹਾਂ, ਸਮੰਤ ਯਾਦ ਰੱਖਣਾ ਕੌਣ ਹੁੰਦੇ ਆ ਫੈਡਰਲ। ਦੇਖੋ ਰਾਜਾ ਜਿਹੜਾ ਹੁੰਦਾ ਸੀ ਨਾ ਉਹਦੇ ਕੋਲ ਇੰਨਾ ਜ਼ਿਆਦਾ ਕਹਿ ਲਓ ਕਿ ਏਰੀਆ ਉਹਦੇ ਕੰਟਰੋਲ 'ਚ ਹੁੰਦਾ ਸੀ ਕਿ ਉਹ ਸਾਰੇ ਏਰੀਆ ਦੇ ਉੱਤੇ ਆਪਣਾ ਕੰਟਰੋਲ ਨਹੀਂ ਸੀ ਰੱਖ ਪਾਉਂਦਾ। ਹੁਣ ਹਰੇਕ ਜਗ੍ਹਾ ਜਾਣਾ, ਹਰੇਕ ਏਰੀਆ ਨੂੰ ਦੇਖਣਾ ਇਹ ਵੀ ਤਾਂ ਮੁਸ਼ਕਿਲ ਹੈ ਨਾ। ਸੋ ਹਰ ਏਰੀਆ ਨੂੰ ਉਹ ਦੇਖ ਨਹੀਂ ਸੀ ਪਾਉਂਦਾ, ਜਿਹਦੇ ਕਰਕੇ ਉਹਨੇ ਕੀ ਕੀਤਾ? ਫੈਡਰਲ ਸਿਸਟਮ ਚਲਾਇਆ। ਫੈਡਰਲ ਸਿਸਟਮ ਦੇ ਵਿੱਚ ਕੀ ਸੀ? ਉਹਨੇ ਆਪਣੇ ਜਿਹੜਾ ਰਾਜ ਸੀਗਾ ਉਹਦੇ ਵਿੱਚ ਜਿਹੜੀ ਜ਼ਮੀਨ ਹੁੰਦੀ ਸੀ ਨਾ, ਲੈਂਡ ਹੁੰਦੀ ਸੀ, ਉਹਨੇ ਕੁਝ ਕੁ ਵਰਕਰ ਨੂੰ ਦੇ ਦਿੱਤੀ ਸੀ। ਉਹ ਵਰਕਰ ਫੈਡਰਲ ਹੁੰਦੇ ਸੀ। ਉਹ ਜਿਹੜੇ ਵਰਕਰ ਹੁੰਦੇ ਸੀ ਨਾ ਉਹ ਸਮੰਤ ਹੁੰਦੇ ਸੀ, ਫੈਡਰਲ ਹੁੰਦੇ ਸੀ। ਅੱਛਾ ਉਹ ਵਰਕਰਾਂ ਨੂੰ ਜ਼ਮੀਨ ਦੇ ਦਿੱਤੀ ਜਾਂਦੀ ਸੀ ਤੇ ਕਿਹਾ ਜਾਂਦਾ ਸੀ ਜ਼ਮੀਨ ਦੇ ਵਿੱਚੋਂ ਜਿੰਨਾ ਟੈਕਸ ਇਕੱਠਾ ਕਰਨਾ ਨਾ ਤੁਸੀਂ ਕਰ ਲਓ, ਲੇਕਿਨ ਤੁਹਾਨੂੰ ਆਪਣੇ ਕੋਲ ਨਾ ਇੱਕ ਫੌਜ ਰੱਖਣੀ ਪੈਣੀ ਹੈ, ਕਿਉਂਕਿ ਮੈਂ ਤੁਹਾਨੂੰ ਜ਼ਮੀਨ ਦਿੱਤੀ, ਇਹਦੇ ਬਦਲੇ ਵਿੱਚ ਤੁਸੀਂ ਮੇਰੇ ਲਈ ਕੀ ਰੱਖੋ? ਇੱਕ ਫੌਜ ਰੱਖੋ ਜਿਹੜੀ ਤੁਸੀਂ ਪੂਰੀ ਤਰ੍ਹਾਂ ਟ੍ਰੇਨਡ ਕੀਤੀ ਹੋਵੇ, ਜਿਹਦੇ ਕੋਲ ਅੱਛੇ ਅੱਛੇ ਵੈਪਨ ਹੋਣ। ਠੀਕ ਹੈ। ਤੇ ਉਹ ਫੌਜ ਜਦੋਂ ਮੈਂ ਕਿਤੇ ਯੁੱਧ ਕਰਨ ਦੇ ਲਈ ਜਾਣਾ ਵਾਂ ਤੁਸੀਂ ਉਹ ਸਾਰੀ ਫੌਜ ਮੈਨੂੰ ਦੇਣੀ ਹੈ। ਕਲੀਅਰ? ਇਹ ਸੀ ਫੈਡਰਲ ਸਿਸਟਮ। ਇਹਦੇ ਬੇਸ ਤੇ ਤੁਹਾਨੂੰ ਬਹੁਤ ਵੱਡਾ ਕੁਐਸਚਨ ਆਏਗਾ, 20 ਨੰਬਰ ਦਾ ਵੀ ਆ ਸਕਦਾ, ਫੈਡਰਲ ਸਿਸਟਮ ਕੀ ਹੈ। ਜੇ ਦਿਮਾਗ ਦੇ ਵਿੱਚ ਸਿਰਫ ਫੈਡਰਲ ਕਲੀਅਰ ਹੋ ਜਾਂਦਾ ਹੈ ਨਾ ਤੇ ਤੁਹਾਨੂੰ ਕੁਐਸਚਨ ਲਿਖਣਾ ਕੋਈ ਔਖਾ ਨਹੀਂ ਹੈ। ਠੀਕ ਹੈ। ਹੁਣ ਤੁਸੀਂ ਦੇਖੋ ਮੈਨੇ ਬੋਲਿਆ ਕਿ ਤੁਸੀਂ ਆਪਣੇ ਕੋਲ ਕਿਆ ਰੱਖਣੀ ਹੈ? ਫੌਜ ਰੱਖਣੀ ਹੈ, ਟ੍ਰੇਨਿੰਗ ਦੇਣੀ ਹੈ। ਰਾਜੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਦੇਖੇ ਕਿਸੇ ਨੇ ਆਪਣੇ ਕੋਲ ਫੌਜ ਰੱਖੀ ਹੈ ਕਿ ਨਹੀਂ ਰੱਖੀ, ਟ੍ਰੇਨਿੰਗ ਦਿੱਤੀ ਹੈ ਕਿ ਨਹੀਂ ਦਿੱਤੀ, ਫੌਜ ਨੂੰ ਤਨਖਾਹ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਰਾਜੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ। ਸੋ ਇਸ ਲਈ ਤਾਂ ਉਹਨੇ ਇਹ ਕੰਮ ਦੂਜਿਆਂ ਨੂੰ ਸੌਂਪਤੇ, ਤੇ ਜਿਨ੍ਹਾਂ ਨੂੰ ਸੌਂਪੇ ਹੋਏ ਸੀਗੇ, ਜਿਨ੍ਹਾਂ ਨੂੰ ਇਹ ਸਾਰੇ ਕੰਮ ਕਰਨ ਨੂੰ ਕਿਹਾ ਹੋਇਆ ਸੀ ਫੈਡਰਲਸ ਨੂੰ, ਉਹ ਫੈਡਰਲਸ ਕੀ ਨਿਕਲੇ? ਕਰਪਟ। ਸਾਰੇ ਦੇ ਸਾਰੇ ਇੱਕ ਤੋਂ ਇੱਕ ਨਕੰਮੇ, ਕਰਪਟ। ਉਹ ਆਪਣੇ ਕੋਲ ਜੇ ਫੌਜ ਰੱਖ ਲੈਂਦੇ ਸੀ ਟ੍ਰੇਨਿੰਗ ਨਹੀਂ ਸੀ ਦਿੰਦੇ, ਜੇ ਟ੍ਰੇਨਿੰਗ ਦਿੰਦੇ ਸੀ ਤੇ ਫੌਜ ਜਿਹੜੀ ਸੀਗੀ, ਬਿਲਕੁਲ ਜੀ ਬਿਲਕੁਲ। ਤੋ ਜਿਹੜੀ ਫੌਜ ਜਿਹੜੀ ਹੁੰਦੀ ਸੀ
ਮਤਲਬ ਉਹ ਵੀ ਜਿਹੜੀ ਸੀਗੀ ਉਹ ਵੀ ਆਪਣੇ ਸਮੰਤ ਦੇ ਪ੍ਰਤੀ ਤੋਂ ਬਹੁਤ ਵਫਾਦਾਰ ਹੁੰਦੀ ਸੀ। ਉਹਨੂੰ ਨਹੀਂ ਸੀ ਫਰਕ ਪੈਂਦਾ ਰਾਜਾ ਜਿੱਤ ਰਿਹਾ ਹੈ, ਰਾਜਾ ਹਾਰ ਰਿਹਾ ਹੈ, ਰਾਜੇ ਨੂੰ ਕੋਈ ਜ਼ਰੂਰਤ ਹੈ ਨਹੀਂ ਹੈ, ਵਟਐਵਰ, ਉਸਨੂੰ ਕੋਈ ਮਤਲਬ ਹੀ ਨਹੀਂ ਸੀ ਹੁੰਦਾ। ਠੀਕ ਹੈ, ਸੋ ਇਸ ਤਰ੍ਹਾਂ ਕਹਿੰਦੇ ਮੋਡ ਆਫ ਦਾ ਵਾਰਫੇਅਰ, ਮਤਲਬ ਮੋਡ ਆਫ ਦਾ ਵਾਰਫੇਅਰ ਦਾ ਮਤਲਬ ਹੁੰਦਾ ਯੁੱਧ ਪ੍ਰਣਾਲੀ ਕਿੱਦਾਂ ਦੀ ਸੀ। ਅਸੀਂ ਕਵਾਂਗੇ ਯੁੱਧ ਦੇ ਵਿੱਚ ਮਤਲਬ ਜਿਹੜੇ ਰਾਜਪੂਤ ਹੁੰਦੇ ਸੀ ਨਾ, ਉਹ ਕਦੇ ਓਲਡ ਪਰਸਨ ਦੇ ਉੱਤੇ, ਕਦੇ ਵਮਨਸ ਦੇ ਉੱਤੇ, ਕਦੇ ਬੱਚੇ ਦੇ ਉੱਤੇ ਕਦੇ ਨਹੀਂ ਸੀ ਵਾਰ ਕਰਦੇ। ਚਾਹੇ ਉਹਨਾਂ ਦੇ ਉੱਤੇ ਡਬਲ ਅਟੈਕ ਉਹ ਕਰ ਦਿੰਦੇ ਸੀ, ਲੇਕਿਨ ਉਹ ਨਹੀਂ ਸੀ ਕਦੇ ਕਰਦੇ। ਉਹ ਕਹਿੰਦੇ ਸੀ ਕਿ ਨਾ ਤਾਂ ਸਾਨੂੰ ਪਿੱਠ ਤੇ ਵਾਰ ਕਰਨਾ ਆਉਂਦਾ ਹੈ, ਮਤਲਬ ਕਹਿ ਲਓ ਕਿ ਬੈਕ ਸਾਈਡ ਤੋਂ ਵੀ ਅਸੀਂ ਤੁਹਾਡੇ ਵਾਰ ਨਹੀਂ ਕਰਨਾ, ਯੁੱਧ ਨਹੀਂ ਕਰਨਾ ਤੁਹਾਡੇ ਨਾਲ, ਤੇ ਨਾ ਕਹਿੰਦੇ ਅਸੀਂ ਬੱਚੇ ਤੇ, ਬਜ਼ੁਰਗ ਤੇ ਵਮਨ ਤੇ ਅਸੀਂ ਉਹਨਾਂ ਤੇ ਵੀ ਵਾਰ ਨਹੀਂ ਕਰਨਾ। ਇਹ ਉਹਨਾਂ ਦੀ ਖਾਸੀਅਤ ਸੀ, ਫੇਮਸ ਖਾਸੀਅਤ ਸੀ ਉਹਨਾਂ ਦੀ। ਕਿਹਨਾਂ ਦੀ? ਰਾਜਪੂਤਾਂ ਦੀ। ਕਹਿੰਦੇ ਯੁੱਧ ਦੇ ਵਿੱਚ ਮੋਸਟਲੀ ਉਹ ਐਰੋ ਡਾਇਰੈਕਸ਼ਨ, ਤੀਰ ਕਮਾਨ, ਸਵਰਡ ਯਾਨੀ ਕਿ ਤਲਵਾਰਾਂ, ਜਾਂ ਫਿਰ ਕਹਿ ਲਓ ਕਿ ਕੈਮਲਸ ਵਗੈਰਾ, ਕੈਮਲਸ, ਹਾਰਸਿਸ ਵਗੈਰਾ ਨੂੰ ਯੂਜ਼ ਕਰਦੇ ਸੀਗੇ। ਠੀਕ ਹੈ, ਕਹਿੰਦੇ ਕਿ ਯੁੱਧ ਦੇ ਵਿੱਚ ਖਾਸ ਚੀਜ਼ਾਂ ਕਿਹੜੀਆਂ ਹੁੰਦੀਆਂ ਸੀ। ਕਹਿੰਦੇ ਯੁੱਧ ਮੋਸਟਲੀ ਉਹ ਕਰਦੇ ਸੀ ਤਾਂ ਜੋ ਆਪਸ ਦੇ ਵਿੱਚ ਜਿਹੜੀ ਈਰਖਾ ਵਗੈਰਾ ਵਾ, ਜਾਂ ਤਾਂ ਉਹਨੂੰ ਖਤਮ ਕਰ ਲਈਏ ਜਾਂ ਬੰਦੇ ਨੂੰ ਹੀ ਖਤਮ ਕਰ ਦਈਏ। ਯੁੱਧ ਦੇ ਵਿੱਚ ਜਾਤ ਦੇ ਨਾਲ ਰਿਲੇਟਡ ਜਾਂ ਧਰਮ ਦੇ ਨਾਲ ਰਿਲੇਟਡ ਪ੍ਰੋਟੈਕਟ ਕਰਨ ਦੇ ਲਈ ਉਹ ਜਸਟ ਇੱਕ ਦੂਜੇ ਦੇ ਨਾਲ ਲੜਦੇ ਸੀ। ਵਮਨਸ ਤੇ ਜਿਹੜੀਆਂ ਸੀ ਗਾਉਂ, ਗਾਉਂ ਸਮਝਦੇ ਆ, ਕਾਓ, ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਂਦੀ ਸੀ। ਮੁਸਲਮਾਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਸੀ ਆਪਣੇ ਸਿਸਟਮ, ਆਪਣੀ ਕਿੰਗਡਮ ਨੂੰ ਬਹੁਤ ਜ਼ਿਆਦਾ ਐਕਸਪੈਂਡ ਕਰਨ ਦੇ ਲਈ, ਬਹੁਤ ਜ਼ਿਆਦਾ ਫੈਲਾਉਣ ਦੇ ਲਈ ਕਹਿੰਦੇ ਸਾਰੇ ਕੰਮ ਕੀਤੇ ਜਾਂਦੇ ਸੀ। ਕਲੀਅਰ? ਉਸ ਤੋਂ ਬਾਅਦ ਅਟੈਚਮੈਂਟ ਆਫ ਦਾ ਕਲਾਸ, ਜਾਤੀ ਪ੍ਰੇਮ। ਕਹਿੰਦੇ ਲੋਕ ਲੜਦੇ ਕਿਉਂ ਹੁੰਦੇ ਸੀ, ਜਾਨਾਂ ਕਿਉਂ ਆਪਣੀਆਂ ਦੇ ਦਿੰਦੇ ਸੀ? ਕਿਉਂਕਿ ਉਹਨਾਂ ਨੂੰ ਆਪਣੀ ਕਾਸਟ ਦੇ ਨਾਲ ਬਹੁਤ ਪਿਆਰ ਹੁੰਦਾ ਸੀ। ਠੀਕ ਹੈ, ਕਹਿੰਦੇ ਕਿ ਮੁਸਲਮਾਨ ਉਸ ਟਾਈਮ ਪੀਰੀਅਡ ਦੇ ਵਿੱਚ ਨਾ ਬਹੁਤ ਹਮਲੇ ਕਰਦੇ ਹੁੰਦੇ ਸੀ। ਮੁਸਲਮਾਨਾਂ ਨੇ ਤਰ੍ਹਾਂ ਤਰ੍ਹਾਂ ਦੇ ਅਟੈਕ ਕਰਨੇ, ਇਹਨਾਂ ਅਟੈਕ ਦੇ ਬਦਲੇ ਦੇ ਵਿੱਚ ਰਾਜਪੂਤ ਜਿਹੜੇ ਸੀਗੇ ਉਹ ਲੜਦੇ ਹੁੰਦੇ ਸੀ। ਅਦਰਵਾਈਜ਼ ਹੋਰ ਰਾਜਪੂਤਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਬਟ ਉਹ ਲੜਦੇ ਹੀ ਤਾਂ ਸੀਗੇ। ਠੀਕ ਹੈ, ਕਹਿੰਦੇ ਫਾਈਨੈਂਸ਼ੀਅਲ ਸਿਸਟਮ, ਫਾਈਨਾਂਸ ਦਾ ਕਹਿੰਦੇ ਸਿਸਟਮ ਕਿੱਦਾਂ ਦਾ ਸੀ। ਅਸੀਂ ਕਹਿਣਾ ਹੈ ਕਿ ਫਾਈਨੈਂਸ਼ੀਅਲ ਸਿਸਟਮ ਜਿਹੜਾ ਸੀਗਾ, ਰਾਜਪੂਤ ਉਸ ਟਾਈਮ ਪੀਰੀਅਡ ਦੇ ਵਿੱਚ ਮੋਸਟਲੀ ਐਗਰੀਕਲਚਰ ਦਾ ਕੰਮ ਕਰਦੇ ਸੀਗੇ। ਸਿੰਚਾਈ ਕਰਨੀ, ਖੂਹਾਂ ਦਾ ਕੰਮ ਕਰਨਾ, ਤਲਾਬਾਂ ਵਗੈਰਾ ਦਾ ਕੰਮ ਕਰਨਾ, ਇਹ ਉਹਨਾਂ ਦਾ ਇੱਕ ਮੇਨ ਕੰਮ ਹੁੰਦਾ ਸੀਗਾ। ਕਹਿੰਦੇ ਜਾਗੀਰਦਾਰ ਦੇ ਕਰਮਚਾਰੀ ਜਿਹੜੇ ਹੁੰਦੇ ਸੀ, ਜਾਗੀਰਦਾਰ ਪੰਜਾਬੀ ਇੰਗਲਿਸ਼ ਜਾਗੀਰਦਾਰੀ ਹੁੰਦਾ ਹੈ। ਠੀਕ ਹੈ, ਜਾਗੀਰਦਾਰ ਵੀ ਉਹੀ ਹੁੰਦਾ ਜਿਨ੍ਹਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਜਾਂਦੀਆਂ ਨੇ। ਕਹਿੰਦੇ ਮੋਸਟਲੀ ਕਿਸਾਨਾਂ ਦੇ ਕੋਲੋਂ ਟੈਕਸਿਸ ਵਗੈਰਾ ਇਕੱਠੇ ਕਰਦੇ ਸੀਗੇ, ਜਿਵੇਂ ਕਿ ਕਹਿੰਦੇ ਸੋਸਾਇਟੀ ਵਿੱਚ ਸੁਨਿਆਰੇ ਸੀਗੇ, ਗੋਲਡ ਸਮਿਥ ਜਿਹਨੂੰ ਬੋਲ ਦਿੰਦੇ ਆ ਤੁਸੀਂ ਲੋਕ, ਲੋਹਾਰ ਸੀ, ਤਰਖਾਣ ਸੀ, ਤੇ ਜਿਹੜੇ ਮੂਰਤੀਆਂ ਵਗੈਰਾ ਬਣਾਉਂਦੇ ਸੀ। ਕਹਿੰਦੇ ਇਹ ਵੀ ਇਹਨਾਂ ਦੇ ਕੋਲ ਵੀ ਜਿਹੜਾ ਵੀ ਪੈਸਾ ਵਗੈਰਾ ਇਹਨਾਂ ਕੋਲ ਟੈਕਸਿਸ ਦੇ ਰੂਪ ਚ ਇਕੱਠਾ ਕੀਤਾ ਜਾਂਦਾ ਸੀ, ਸਾਰਾ ਦਾ ਸਾਰਾ ਜਮ੍ਹਾਂ ਕਰਵਾ ਦਿੱਤਾ ਜਾਂਦਾ ਸੀ। ਕਹਿੰਦੇ ਕਿ ਜੁਡੀਸ਼ੀਅਰੀ ਸਿਸਟਮ ਕਿੱਦਾਂ ਦਾ ਸੀ। ਅਸੀਂ ਕਹਿਣਾ ਮੌਤ ਦੀ ਸਜ਼ਾ ਬੜੇ ਆਰਾਮ ਨਾਲ ਦੇ ਦਿੱਤੀ ਜਾਂਦੀ ਸੀ। ਰਾਜਪੂਤ ਜਿਹੜੇ ਸੀ ਉਹਨਾਂ ਨੂੰ ਨਿਆਂ ਬਹੁਤ ਪਸੰਦ ਹੁੰਦਾ ਸੀ, ਉਹਨਾਂ ਦੀਆਂ ਨਿਆਂ ਦੀਆਂ ਕਹਾਣੀਆਂ ਤਾਂ ਬਹੁਤ ਜ਼ਿਆਦਾ ਪ੍ਰਚਲਿਤ ਨੇ। ਚੋਰੀ, ਡਾਕੇ ਤੇ ਕਤਲ ਕਹਿੰਦੇ ਇਹ ਤਾਂ ਬੜੇ ਆਰਾਮ ਨਾਲ ਕਰ ਦਿੰਦੇ ਸੀਗੇ। ਠੀਕ ਹੈ, ਜਿਹੜੇ ਲੋਕ ਇਹ ਕੰਮ ਕਰਦੇ ਸੀ ਉਹਨਾਂ ਨੂੰ ਤਾਂ ਬੜੇ ਈਜ਼ੀਲੀ ਉਹਨਾਂ ਨੂੰ ਮਾਰ ਦਿੰਦੇ ਸੀਗੇ। ਪੁਲਿਸ ਦਾ ਐਡਮਿਨਿਸਟ੍ਰੇਸ਼ਨ ਕੌਣ ਸੀ? ਮਹਾਦੰਡ ਨਾਇਕ, ਜਿਹੜਾ ਕਿ ਮਤਲਬ ਸ਼ਾਂਤੀ ਨੂੰ ਬਣਾਈ ਰੱਖਦਾ ਸੀਗਾ। ਠੀਕ ਹੈ, ਸਾਰੀ ਸਾਈਡ ਆਪਣੀ ਇਹਨੇ ਸੈਨਾ ਤੈਨਾਤ ਕੀਤੀ ਹੋਈ ਸੀ ਕਿ ਕੋਈ ਵੀ ਚੋਰ, ਡਾਕੂ, ਲੁਟੇਰਾ ਜਿਹੜਾ ਹੈਗਾ ਵਾ ਉਹ ਐਡ ਨਾ ਹੋ ਸਕੇ, ਐਂਟਰ ਨਾ ਹੋ ਸਕੇ। ਲੇਕਿੰਗ ਆਫ ਦਾ ਡਿਪਲੋਮੈਸੀ, ਮਤਲਬ ਕਿ ਕੂਟਨੀਤੀ ਦੀ ਘਾਟ। ਕਹਿੰਦੇ ਲੋਕਾਂ ਦੇ ਵਿੱਚ ਸਵੈ ਮਾਣ ਦੇ ਲਈ, ਮਤਲਬ ਉਹ ਆਪਣੀ ਸੈਲਫ ਰਿਸਪੈਕਟ ਇੱਥੋਂ ਤੱਕ ਚਾਹੁੰਦੇ ਸੀ ਕਿ ਜੇ ਉਹਨਾਂ ਦੀ ਸਿਰਫ ਸੈਲਫ ਰਿਸਪੈਕਟ ਨਹੀਂ ਸੀ ਨਾ ਹੁੰਦੀ, ਉਹ ਆਪਣੇ ਆਪ ਨੂੰ ਮਾਰ ਦੇਣਾ ਜ਼ਿਆਦਾ ਪਸੰਦ ਕਰਦੇ ਸੀ। ਕਹਿੰਦੇ ਕਿ ਉਹ ਲੜਾਈ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਦੇ ਸੀਗੇ, ਲੇਕਿਨ ਲੜਾਈ ਦੇ ਵਿੱਚ ਕਦੇ ਵੀ ਉਹ ਕਿਸੇ ਅਨਨੋਨ ਪਰਸਨ ਨੂੰ ਜਾਂ ਫਿਰ ਜਿਹਦਾ ਕਸੂਰ ਹੀ ਨਹੀਂ ਹੈਗਾ ਉਹਨੂੰ ਮਾਰਨਾ ਕਦੇ ਨਹੀਂ ਸੀ ਪਸੰਦ ਕਰਦੇ। ਉਹ ਲੜਾਈ ਦੇ ਵਿੱਚੋਂ ਹਾਰ ਜਾਣਗੇ, ਲੇਕਿਨ ਬਿਨਾਂ ਕਸੂਰ ਵਾਲੇ ਪਰਸਨ ਨੂੰ ਉਹ ਮਾਰਨਾ ਨਹੀਂ ਸੀ ਪਸੰਦ ਕਰਦੇ। ਇਸ ਦੇ ਨਾਲ ਹੀ ਚੈਪਟਰ ਦਾ ਆਪਾਂ ਆਹ ਪੋਰਸ਼ਨ ਜਿਹੜਾ ਹੈਗਾ ਆਪਾਂ ਇੱਥੇ ਕਲੀਅਰ ਕਰਦੇ ਹਾਂ।